ਇਹ ਸੋਚ ਕੇ ਸ਼ਰਮ ਆਉਂਦੀ ਆ ਕਿ ਸਿਰਫ ਸਾਡੇ ਮੁਲਕ ਦੇ ਵਿੱਚ ਹੀ ਗਰੀਬ ਅਮੀਰ ਜਾਤ ਪਾਤ ਇੱਥੇ ਹੀ ਕਿਉਂ ਪੈਦਾ ਹੋਈ ਆ, ਦੂਸਰੇ ਮੁਲਕਾਂ 'ਚ ਕਿਉਂ ਨਹੀਂ ਪੈਦਾ ਹੋਈ ਆ। ਇਹ ਜਿਹੜੇ ਗ੍ਰੰਥ ਸਾਡੇ ਜਿਨ੍ਹਾਂ ਨੂੰ ਅਸੀਂ ਹਿੰਦੂ ਗ੍ਰੰਥ ਵੀ ਕਹਿੰਦੇ ਆ, ਉਹ ਸਾਡੀ ਕਲਚਰ ਨਾਲ ਇੰਨੇ ਜੁੜੇ ਰਹੇ ਆ ਕਿ ਸਾਨੂੰ ਐਂ ਲੱਗਦਾ ਸੀ ਕਿ ਜਿਹੜੀ ਜਾਤ ਜਾਂ ਛੋਟਾ ਬੜਾ ਜਿਹੜਾ ਬਣਾਇਆ ਇਹ ਰੱਬ ਨੇ ਬਣਾਇਆ, ਇਹਦੇ ਵਿੱਚ ਬੰਦੇ ਦਾ ਕੋਈ ਕਸੂਰ ਨਹੀਂ। ਜਿਹੜੇ ਲੋਕ ਕਿਸੇ ਰੱਬੀ ਤਾਕਤ ਨੂੰ ਨਹੀਂ ਮੰਨਦੇ, ਅਸੀਂ ਉਹਨਾਂ ਨੂੰ ਨਾਸਤਿਕ ਵੀ ਕਹਿੰਦੇ ਆ। ਅਤੇ ਜਦੋਂ ਮੈਂ ਉਹਨਾਂ ਦਾ ਜਿਹੜੇ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ, ਫਿਰ ਸਾਨੂੰ ਪੂਰੀ ਤਰ੍ਹਾਂ ਜਿਹੜਾ ਮੇਰੇ ਦਿਮਾਗ ਜਿਹੜਾ ਦੁਨੀਆ ਦੇਖਣ ਦਾ ਜਾਂ ਲੋਕਾਂ ਨੂੰ ਦੇਖਣ ਦਾ ਜਿਹੜਾ ਵਿਜ਼ਨ ਸੀਗਾ ਉਹ ਬਦਲਦਾ ਚਲਾ ਗਿਆ। ਪੇਸ਼ੇ ਵਜੋਂ ਇੱਕ ਮੋਚੀ ਆ ਜੀ, ਪਰ ਸਾਹਿਤ ਨਾਲ ਤੁਹਾਡੀ ਲਗਨ ਕਿੱਦਾਂ ਪੈ ਗਈ ਜੀ? ਜਿਹੜੀ ਸਾਹਿਤ ਦੇ ਵਿੱਚ ਰੁਚੀ ਪੈਦਾ ਹੋਣਾ ਇੱਕ ਸਾਡੇ ਬਚਪਨ ਦਾ ਹਿੱਸਾ ਹੈ। ਅਤੇ ਮੈਨੂੰ ਬਚਪਨ ਤੋਂ ਹੀ ਜਿਹੜਾ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਸਾਹਿਤ। ਜਿਉਂ ਮੈਂ ਆਪਣੀ ਕਲਾਸ ਦਰ ਕਲਾਸ ਪੜ੍ਹਦਾ ਚਲਾ ਗਿਆ, ਉਹ ਤਿਉਂ ਜਿਹੜੀ ਮੇਰੀ ਪੜ੍ਹਨ ਦੀ ਰੁਚੀ ਜਿਹੜੀ ਆ ਉਹ ਰੁਚੀ ਡਿਵੈਲਪ ਹੁੰਦੀ ਚਲ ਗਈ ਆ। ਪੰਜਾਬੀ ਸਟੂਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੰਜੀਵ ਭਾਟਾ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ, ਜਿੱਥੇ ਇੱਕ ਜਿੱਦਾਂ ਮੋਚੀ ਦਾ ਕੰਮ ਕਰਦੇ ਆ, ਪਰ ਉਹਨਾਂ ਦੀ ਸਾਹਿਤ ਨੂੰ ਬਹੁਤ ਦੇਣ ਵਾ। ਉਹਨਾਂ ਦਾ ਨਾਮ ਜਿਹੜਾ ਆ ਜੀ ਉਹ ਦਵਾਰਕਾ ਭਾਰਤੀ ਜੀ ਆ। ਉਹਨਾਂ ਨੇ ਸਾਹਿਤ ਦੀ ਝੋਲੀ ਦੇ ਵਿੱਚ 15-16 ਕਿਤਾਬਾਂ ਪਾ ਦਿੱਤੀਆਂ ਆ। ਕਰਾਂਗੇ ਉਹਨਾਂ ਦੇ ਨਾਲ ਗੱਲਬਾਤ, ਜਾਣਾਂਗੇ ਉਹਨਾਂ ਦੇ ਜੀਵਨ ਬਾਰੇ, ਇੱਕ ਮੋਚੀ ਤੋਂ ਇੱਕ ਸਾਹਿਤਕਾਰ ਬਣਨ ਦਾ ਸਫ਼ਰ ਕਿੱਦਾਂ ਦਾ ਰਿਹਾ। ਪੰਜਾਬੀ ਸਟੂਡੀਓ ਤੇ ਦਵਾਰਕਾ ਭਾਰਤੀ ਜੀ, ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ। ਹਾਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਆਉਣ ਦਾ, ਆਪਣਾ ਟਾਈਮ ਕੱਢਿਆ ਤੁਸੀਂ, ਆਪਣਾ ਬਹੁਤ ਕੀਮਤੀ, ਅਤੇ ਮੈਂ ਆਪ ਜੀ ਦਾ ਬਹੁਤ ਸ਼ੁਕਰੀਆ। ਹਾਂਜੀ, ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਜੀ ਵੀ ਤੁਹਾਡਾ ਜਨਮ ਕਿੱਥੋਂ ਦਾ ਆ, ਤੁਹਾਡਾ ਪਿਛੋਕੜ ਕਿੱਥੋਂ ਦਾ ਆ ਜੀ? ਹਾਂ, ਮੇਰਾ ਜਨਮ ਬਸ ਡਿਸਟ੍ਰਿਕਟ ਹੁਸ਼ਿਆਰਪੁਰ ਹੀ ਹੈ ਜੀ। ਅਤੇ ਹੁਸ਼ਿਆਰਪੁਰ ਤੋਂ ਬਾਅਦ ਸਾਡੇ ਲਾਗੇ ਪਿੰਡ ਹੈ ਇੱਕ ਮੈਂਗਰੋਵਾਲ, ਉੱਥੇ ਤਾਂ ਮੇਰਾ ਜਨਮ ਆ। ਅਤੇ ਬਾਕੀ ਅਸੀਂ ਉਸ ਤੋਂ ਬਾਅਦ ਆਪਾਂ ਸ਼ਹਿਰ ਵਿੱਚ ਹੁਸ਼ਿਆਰਪੁਰ ਸਿਟੀ ਪ੍ਰੋਪਰ ਰਹੇ ਹਾਂ ਅਸੀਂ। ਅਤੇ ਮੇਰਾ ਜਿਹੜਾ ਪੜ੍ਹਾਈ ਲਿਖਾਈ ਆ ਜਾਂ ਮੇਰਾ ਪੂਰਾ ਬਚਪਨ ਉਹ ਹੁਸ਼ਿਆਰਪੁਰ ਦੀਆਂ ਗਲੀਆਂ 'ਚ ਬੀਤਿਆ। ਚੌਂਕ ਸਰਾਜਾਂ ਇੱਥੇ ਇੱਕ ਜਗ੍ਹਾ ਹੈਗੀ ਆ, ਉੱਥੇ ਆਪਾਂ ਰਹਿੰਦੇ ਰਹੇ ਹਾਂ ਕਿਰਾਏ ਦੇ ਉੱਪਰ। ਅਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਸੁਭਾਸ਼ ਨਗਰ 'ਚ ਆ ਕੇ ਮਕਾਨ ਬਣਾਇਆ। ਹਾਂਜੀ, ਤੁਸੀਂ ਪੇਸ਼ੇ ਵਜੋਂ ਇੱਕ ਮੋਚੀ ਆ ਜੀ। ਸਾਹਿਤਕਾਰ ਬਣਨ ਤੱਕ ਦਾ ਸਫ਼ਰ ਜਿਹੜਾ ਸੀ ਉਹ ਔਖਣਾ ਭਲਿਆ ਰਿਹਾ ਹੋਊਗਾ, ਕਿਉਂਕਿ ਇੱਕ ਕਿਰਤੀ ਨੂੰ ਸਾਹਿਤ ਦੇ ਨਾਲ ਜੁੜਨ ਲਈ, ਕਿਉਂਕਿ ਕਿਰਤੀ ਜਿਹੜਾ ਆ ਉਹ ਆਪਣੇ ਕੰਮਕਾਰ ਵਿੱਚ ਆਪਣੇ ਇੰਨਾ ਕੁ ਬਿਜ਼ੀ ਹੋ ਜਾਂਦਾ ਵੀ, ਪਰ ਸਾਹਿਤ ਨਾਲ ਤੁਹਾਡੀ ਲਗਨ ਕਿੱਦਾਂ ਪੈ ਗਈ ਜੀ? ਹਾਂ, ਇਸ ਤਰ੍ਹਾਂ ਹੈ ਜੀ ਭਈ, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ ਵੀ ਜਿਹੜੇ ਸਾਹਿਤ ਆ ਇਹਦੀ ਜਿਹੜੀ ਰੁਚੀ ਹੁੰਦੀ ਆ, ਇਹ ਤਾਂ ਮੈਨੂੰ ਇੱਦਾਂ ਜਿਹੜੇ ਮੇਰੇ ਅਹਿਸਾਸ ਆ ਉਹ ਮੈਨੂੰ ਐਂ ਲੱਗਦਾ ਵੀ ਇਹ ਜਿਹੜੀ ਸਾਹਿਤ ਦੇ ਵਿੱਚ ਰੁਚੀ ਪੈਦਾ ਹੋਣਾ ਇੱਕ ਸਾਡੇ ਬਚਪਨ ਦਾ ਹਿੱਸਾ। ਅਤੇ ਮੈਨੂੰ ਬਚਪਨ ਤੋਂ ਹੀ ਜਿਹੜਾ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਸਾਹਿਤ। ਮੈਨੂੰ ਅੱਜ ਵੀ ਹੈਰਾਨੀ ਹੁੰਦੀ ਆ ਵੀ ਮੈਂ ਜਿਹੜੀਆਂ ਮੇਰੀਆਂ ਆਪਣੀਆਂ ਸਕੂਲ ਦੀਆਂ ਪੁਸਤਕਾਂ ਹੁੰਦੀਆਂ ਸੀਆਂ ਉਹ ਮੈਂ ਪੜ੍ਹ ਕੇ ਅਤੇ ਇੱਕ ਪਾਸੇ ਰੱਖ ਦੇਣੀਆਂ। ਅਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੇ ਮੇਰੇ ਕੋਲ ਹੋਰ ਪੁਸਤਕਾਂ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਉਹਨਾਂ ਦਿਨਾਂ 'ਚ ਹਿੰਦੀ 'ਚ ਪੜ੍ਹਨ ਦਾ ਬਹੁਤ ਸੀਗਾ ਰੁਝਾਨ, ਔਰ ਪੰਜਾਬੀ ਤਾਂ ਖੈਰ ਬਾਅਦ 'ਚ ਆਈ ਆ, ਅਤੇ ਹਿੰਦੀ ਜਿਹੜੀ ਫਸਟ ਲੈਂਗੁਏਜ ਸੀ ਸਾਡੇ ਜ਼ਮਾਨੇ 'ਚ। ਅਤੇ ਉਹਨਾਂ ਦਿਨਾਂ 'ਚ ਜਿਹੜੇ ਹਿੰਦੀ ਦੇ ਮੈਗਜ਼ੀਨ ਸੀਗੇ, ਜਿਸ ਤਰ੍ਹਾਂ ਇੱਕ ਹਿੰਦੀ ਵਿੱਚ ਚੰਦਾ ਮਾਮਾ ਉਹਦਾ ਨਾਂ ਸੀ, ਉਹ ਦਿੱਲੀ ਤੋਂ ਛਪਦਾ ਸੀ। ਅਤੇ ਇੱਕ ਮੈਗਜ਼ੀਨ ਸੀਗਾ ਰਾਜਾ ਭਈਆ, ਉਹ ਸਾਰੇ ਬੱਚਿਆਂ ਦੇ ਮੈਗਜ਼ੀਨ ਸੀਗੇ। ਅਤੇ ਉਹ ਮੈਂ ਉਹ ਬਾਜ਼ਾਰੋਂ ਲਿਆਣੇ। ਅਤੇ ਇਹਦੇ ਵਿੱਚ ਨਾਲ ਜਿਹੜੀ ਜੁੜੀ ਗੱਲ ਹੈ ਵੀ ਉਹ ਜਿਹੜੇ ਮੈਗਜ਼ੀਨ ਮੈਂ ਲਿਆਂਦਾ ਸੀ ਉਹ ਹੁੰਦੇ ਸੀ ਮਹਿੰਗੇ। ਅੱਛਾ, ਲੇਕਿਨ ਮੈਂ ਸਾਡੇ ਸ਼ਹਿਰ ਇੱਕ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਦੁਕਾਨ ਸੀ ਕੁਆੜੀਆ ਜੀ, ਘੰਟਾ ਘਰ ਥੱਲੇ, ਅਤੇ ਉਹਦੇ ਕੋਲ ਜਿਹੜੇ ਪੁਰਾਣੀਆਂ ਰੱਦੀ, ਉਹ ਹੁਸ਼ਿਆਰਪੁਰ 'ਚ ਇੱਕੋ ਇੱਕ ਦੁਕਾਨ ਸੀ। ਉਹਦੇ ਕੋਲ ਜਾਣਾ ਅਤੇ ਮੈਂ ਪੁਰਾਣੇ ਮੈਗਜ਼ੀਨ
ਜਿਹੜੇ ਤੁਹਾਨੂੰ ਨਾਮ ਹੁਣੇ ਦੱਸਿਆ, ਚੰਦਾ ਮਾਮਾ, ਰਾਜਾ ਭਈਆ ਵਗੈਰਾ, ਇਹ ਮੈਂ ਲੈ ਕੇ ਆਣੇ। ਅਤੇ ਉਹ ਮੈਨੂੰ ਉਹਨਾਂ ਦਿਨਾਂ 'ਚ ਇੱਕ ਪੈਸੇ ਦਾ 2-4 ਮੈਗਜ਼ੀਨ ਮਿਲ ਜਾਂਦੇ ਸੀ। ਉਹਨਾਂ ਦਿਨਾਂ 'ਚ ਪੈਸੇ ਸਾਡੇ ਕੋਲ ਧੇਲੇ ਜਾਂ ਟਕੇ ਇਹ ਚੱਲਦੇ ਹੁੰਦੇ ਸੀਗੇ, ਅਤੇ ਉਹ ਲੈ ਕੇ ਆਣੇ। ਅਤੇ ਉਹ ਲਿਆ ਕੇ ਪੜ੍ਹ ਕੇ ਉਹਨਾਂ ਨੂੰ ਪੜ੍ਹ ਕੇ ਫਿਰ ਮੈਂ ਉਹਨਾਂ ਦੇ ਉੱਪਰ ਜਿਲਦ ਬੰਨਣੀ। ਅਤੇ ਉਹ ਇਸ ਕਰਕੇ ਵੀ ਮੈਂ ਇੱਕ ਵਾਰ ਨਹੀਂ ਸੀ ਪੜ੍ਹਦਾ, ਇੱਕ ਮੈਗਜ਼ੀਨ ਨੂੰ ਕਈ ਵਾਰੀ ਪੜ੍ਹਨਾ, ਕਿਉਂਕਿ ਨਵੇਂ ਮੈਗਜ਼ੀਨ ਮਿਲਦੇ ਨਹੀਂ ਸੀ, ਪੈਸੇ ਕੋਲ ਇੰਨੇ ਹੈ ਨਹੀਂ ਸੀ ਹੁੰਦੇ। ਅਤੇ ਪੜ੍ਹਨ ਦਾ ਇੰਨਾ ਮਤਲਬ ਮੇਰਾ ਰੁਝਾਨ ਸੀਗਾ, ਅਤੇ ਮੈਂ ਚਾਹੁੰਦਾ ਸੀ ਮੈਂ ਹਰ ਵੇਲੇ ਪੜ੍ਹਦਾ ਹੀ ਰਹਾਂ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਉਹ ਜਿਹੜੀ ਪੜ੍ਹਨ ਦੀ ਰੁਚੀ ਜਿਹੜੀ ਰਹੀ ਆ, ਇਹ ਬਾਈ ਬਰਥ ਜਿੱਦਾਂ ਅਸੀਂ ਇੰਗਲਿਸ਼ 'ਚ ਕਹਿ ਦਈਏ, ਬਚਪਨ ਤੋਂ ਹੀ ਰਹੀ ਆ। ਔਰ ਸਿਰਫ ਮੇਰੀ ਰਹੀ ਆ, ਮੇਰੇ ਹੋਰ ਛੋਟੇ ਬ੍ਰਦਰ ਸੀ ਸਾਡੇ, ਹੋਰ ਉਹਨਾਂ 'ਚ ਕੋਈ ਪੜ੍ਹਨ ਦਾ ਰੁਚੀ ਨਹੀਂ ਰੱਖਦਾ, ਪਰ ਸਿਰਫ ਮੈਂ ਹੀ ਜਿਹੜਾ ਸੀ ਉਹ ਸਾਹਿਤ ਬਾਰੇ। ਅਤੇ ਉਹ ਜਿਉਂ ਫਿਰ ਆਪਾਂ ਬੜੇ ਹੁੰਦੇ ਗਏ ਆ, ਇਹ ਜਿਹੜੀ ਮੇਰੀ ਰੁਚੀ ਬਣੀ ਹੈ 5ਵੀਂ 6ਵੀਂ ਕਲਾਸ ਤੋਂ, ਪ੍ਰਾਇਮਰੀ ਕਲਾਸ ਤੋਂ ਸ਼ੁਰੂ ਹੁੰਦੀ ਆ। ਅਤੇ ਉਸ ਤੋਂ ਬਾਅਦ ਆਪਾਂ ਫਿਰ ਉੱਚੀਆਂ ਕਲਾਸਾਂ ਆ ਜਾਂਦੇ ਹਾਂ 8ਵੀਂ ਤੋਂ ਬਾਅਦ। ਅਤੇ ਉਹ ਜਿਹੜਾ ਪੜ੍ਹਨ ਦਾ ਜਿਹੜਾ ਰੁਝਾਨ ਆ ਥੋੜ੍ਹਾ ਜਿਹਾ ਹੋਰ ਫਿਰ ਬੜਾ ਹੋ ਜਾਂਦਾ। ਜਿਸ ਤਰ੍ਹਾਂ ਅਸੀਂ ਪਹਿਲਾਂ ਛੋਟੀਆਂ ਪੁਸਤਕਾਂ ਜਾਂ ਮੈਗਜ਼ੀਨ ਪੜ੍ਹਦੇ ਸੀਗੇ, ਅਤੇ ਬਾਅਦ ਦੇ ਵਿੱਚ ਵੱਡੇ ਵੱਡੇ ਨਾਵਲ ਪੰਜਾਬੀ ਦੇ ਵੀ, ਹਿੰਦੀ ਦੇ ਵੀ, ਅਤੇ ਸਾਡੇ ਪੜ੍ਹਨੇ ਸ਼ੁਰੂ ਕੀਤੇ। ਅਤੇ 10ਵੀਂ ਤੱਕ ਆਉਂਦਿਆਂ ਜਿਹੜੇ ਮੇਰੀ ਪੜ੍ਹਨ ਦੀ ਰੁਚੀ ਸੀਗੀ, ਇਹ ਕਾਫੀ ਜਿਹੜੀ ਆ ਉਹ ਹੋਰ ਉੱਪਰ ਹੁੰਦੀ ਗਈ ਆ। ਜੇ ਮੈਂ ਇਸ ਤਰ੍ਹਾਂ ਕਹਾਂ ਕਿ ਜਿਉਂ ਮੈਂ ਆਪਣੀ ਕਲਾਸ ਦਰ ਕਲਾਸ ਪੜ੍ਹਦਾ ਚਲਾ ਗਿਆ, 8ਵੀਂ 9ਵੀਂ 10ਵੀਂ ਅਤੇ 11ਵੀਂ 'ਚ ਵੀ ਮੈਂ ਥੋੜ੍ਹਾ ਚਿਰ ਰਿਹਾ, ਅਤੇ ਉਹ ਤਿਉਂ ਜਿਹੜੀ ਮੇਰੀ ਪੜ੍ਹਨ ਦੀ ਰੁਚੀ ਜਿਹੜੀ ਆ ਰੁਚੀ ਉਹ ਡਿਵੈਲਪ ਹੁੰਦੀ ਚਲ ਗਈ ਆ। ਅਤੇ ਉਹ ਜਿਹੜੀ ਪੜ੍ਹਨ ਦੀ ਰੁਚੀ ਸੀਗੀ, ਉਹ ਮੈਨੂੰ ਫਿਰ ਜਿਸ ਵੇਲੇ ਆਪਾਂ ਥੋੜ੍ਹੇ ਮੈਚਿਓਰ ਹੋਏ ਆ, ਮੈਂ ਨੌਕਰੀ ਵੀ ਕੀਤੀ ਆ, ਉਸ ਨੌਕਰੀ ਦੇ ਦੌਰਾਨ ਜਿਹੜੀ ਪੜ੍ਹਨ ਦੀ ਜਿਹੜੀ ਰੁਚੀ ਸੀਗੀ, ਉਹ ਥੋੜ੍ਹੀ ਜਿਹੀ ਜਿਹੜਾ ਮੇਰਾ ਟੇਸਟ ਆ, ਜਾਂ ਮੈਂ ਇੱਦਾਂ ਕਹਿ ਲਾਂ ਕਿ ਮੇਰਾ ਯੂ ਟਰਨ ਹੁੰਦਾ। ਜਿਹੜੇ ਮਸਲੇ ਆ ਸਾਡੇ ਗਰੀਬ ਲੋਕਾਂ ਨਾਲ ਜੁੜਿਓ, ਸਾਡੇ ਸ਼ਡਿਊਲਡ ਕਾਸਟ ਦਲਿਤ ਲੋਕਾਂ ਨਾਲ ਜੁੜਿਓ, ਗਰੀਬ ਆਦਮੀ ਨਾਲ ਜੁੜਿਓ, ਮਜ਼ਦੂਰਾਂ ਨਾਲ ਜੁੜਿਓ, ਇਹ ਫਿਰ ਮੇਰੇ ਧਿਆਨ 'ਚ ਆਉਣੇ ਸ਼ੁਰੂ ਹੋਏ ਆ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਜੋਬ ਦੇ ਦੌਰਾਨ ਮੈਂ ਡਾਕਟਰ ਅੰਬੇਡਕਰ ਨੂੰ ਜਿਹੜਾ ਉਹ ਪੜ੍ਹਨਾ ਸ਼ੁਰੂ ਕੀਤਾ। ਅਤੇ ਜਿਸ ਵੇਲੇ ਆਪਾਂ ਡਾਕਟਰ ਅੰਬੇਡਕਰ ਨੂੰ ਮੈਂ ਜਦੋਂ ਪੜ੍ਹਨਾ ਸ਼ੁਰੂ ਕੀਤਾ, ਅਤੇ ਉਹਨਾਂ ਦੇ ਪੜ੍ਹਨ ਤੋਂ ਬਾਅਦ ਜਿਹੜੀ ਪੜ੍ਹਨ ਦਾ ਜਿਹੜਾ ਰੁਝਾਨ ਆ, ਜਾਂ ਮੇਰਾ ਇੱਕ ਦ੍ਰਿਸ਼ਟੀਕੋਣ ਆ, ਉਹ ਥੋੜ੍ਹਾ ਬਦਲ ਗਿਆ। ਅਤੇ ਕਿਉਂ ਮੈਂ ਜਦੋਂ ਡਾਕਟਰ ਅੰਬੇਡਕਰ ਦੀਆਂ ਪੁਸਤਕਾਂ ਪੜ੍ਹਨੀ ਸ਼ੁਰੂ ਕੀਤੀਆਂ, ਉਹਨਾਂ ਦੇ ਵਿਚਾਰ ਮੇਰੇ ਯਾਨੀ ਕਿ ਜੋ ਮੈਂ ਪਹਿਲਾਂ ਤੋਂ ਸੋਚਦਾ ਰਿਹਾ, ਉਹ ਇੰਨੇ ਨੇੜੇ ਲੱਗੇ ਕਿ ਮੈਂ ਉਹਨਾਂ ਦਾ ਲਗਭਗ ਪੂਰਾ ਲਿਟਰੇਚਰ ਜੋ ਸਾਨੂੰ ਉਸ ਵੇਲੇ ਮਿਲਿਆ। ਔਰ ਉਸ ਵੇਲੇ ਇੱਕ ਜਿਹੜੀ ਮੁਸ਼ਕਿਲ ਇਹ ਸੀ ਵੀ ਸਾਨੂੰ ਡਾਕਟਰ ਅੰਬੇਡਕਰ ਦਾ ਜਿਹੜਾ ਲਿਟਰੇਚਰ ਸੀ, ਉਹਨਾਂ ਨੇ ਲਿਖੀਆਂ ਪੁਸਤਕਾਂ, ਉਹ ਸਾਨੂੰ ਆਮ ਨਹੀਂ ਸੀ ਮਿਲਦੀਆਂ। ਅਤੇ ਉਹ ਜਾਂ ਤਾਂ ਹੁੰਦੀਆਂ ਸੀ ਅੰਗਰੇਜ਼ੀ ਵਿੱਚ, ਅਤੇ ਜਾਂ ਫਿਰ ਉਹ ਅਨੁਵਾਦ ਹਿੰਦੀ ਦਾ ਵਿੱਚ ਜਾਂ ਹੋਰ ਭਾਸ਼ਾ ਵਿੱਚ, ਜ਼ਿਆਦਾਤਰ ਮਰਾਠੀ ਵਿੱਚ ਹੁੰਦਾ ਸੀਗਾ। ਅਤੇ ਉਹ ਪੁਸਤਕਾਂ ਜਿਹੜੀਆਂ ਜਿਹੜੇ ਅਸੀਂ ਉਹ ਜੋ ਵੀ ਸਾਨੂੰ ਮਿਲਿਆ ਉਹਨਾਂ ਦਿਨਾਂ 'ਚ, ਜਿਹੜੀ ਡਾਕਟਰ ਅੰਬੇਡਕਰ ਦੀਆਂ ਜਿਹੜੀਆਂ ਕੁਛ ਪੁਸਤਕਾਂ ਬਹੁਤ ਪ੍ਰਚਲਿਤ ਸੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਉਹਨਾਂ ਦੀ ਜਾਤ ਪਾਤ ਦਾ ਬੀਜ ਨਾਸ਼, ਅਤੇ ਇੱਕ ਧਰਮਾਂਤਰਣ, ਅਤੇ ਹੋਰ ਕੁਛ ਪੁਸਤਕਾਂ ਦੇ ਨਾਲ ਰਲਦੀ ਮਿਲਦੀ ਜਿਹੜੀਆਂ ਉਹ ਜਿਹੜੇ ਅਸੀਂ ਪੜ੍ਹੀਆਂ। ਅਤੇ ਫਿਰ ਮੈਨੂੰ ਐਂ ਲੱਗਾ ਵੀ ਜੋ ਅਸੀਂ ਇਸ ਤੋਂ ਪਹਿਲਾਂ ਪੜ੍ਹ ਕੇ ਆਏ ਹਾਂ, ਉਹ ਇੰਨਾ ਕੋਈ ਲਾਹੇਵੰਦ ਨਹੀਂ ਸੀ। ਉਹ ਸਿਰਫ ਇੱਕ ਖਾਲਿਸ ਲਿਟਰੇਚਰ, ਕਹਾਣੀਆਂ ਲੈ ਲਓ, ਕਵਿਤਾਵਾਂ ਲੈ ਲਓ, ਜਾਂ ਹੋਰ ਜਿਹੜੀਆਂ ਵਿਧਾ, ਉਹ ਅਸੀਂ ਸਿਰਫ ਸਾਡੇ ਇਮਚੋਰ ਯਾਨੀ ਕਿ ਆਪਾਂ ਪੂਰੇ ਮੈਚੋਰਿਟੀ ਵਿੱਚ ਜਦੋਂ ਨਹੀਂ ਹੁੰਦੇ ਆ, ਅਤੇ ਸਾਨੂੰ ਜੋ ਵੀ ਮਿਲਦਾ ਅਸੀਂ ਪੜ੍ਹਦੇ ਹਾਂ। ਪਰ ਉਸ ਤੋਂ ਬਾਅਦ ਜਿਵੇਂ ਫਿਰ ਡਾਕਟਰ ਅੰਬੇਡਕਰ ਨੂੰ ਪੜ੍ਹਨਾ ਸ਼ੁਰੂ ਕੀਤਾ, ਫਿਰ ਸਾਨੂੰ ਜਿਹੜਾ ਦੁਨੀਆ ਦੇਖਣ ਦਾ ਜਿਹੜਾ ਇੱਕ ਦ੍ਰਿਸ਼ਟੀਕੋਣ ਆ ਸਾਡਾ, ਉਹ ਬਦਲ ਗਿਆ। ਮੈਂ ਦੇਖਦਾ ਵੀ ਜਾਤ ਨੂੰ ਲੈ ਕੇ ਬੰਦੇ ਦਾ ਜਿਹੜਾ ਚਿਹਰਾ ਮੋਹਰਾ ਉਹ ਪਛਾਣਿਆ ਜਾਂਦਾ।
ਜਾਤ ਨੂੰ ਲੈ ਕੇ ਬੰਦੇ ਦੀ ਪਛਾਣ ਕੀਤੀ ਜਾਂਦੀ ਹੈ। ਉਹ ਚਾਹੇ ਬੰਦਾ ਜਿੰਨਾ ਮਰਜ਼ੀ ਪੜ੍ਹਿਆ ਹੋਵੇ, ਚਾਹੇ ਉਹ ਵੱਡਾ ਅਫਸਰ ਕਿਉਂ ਨਾ ਹੋਵੇ, ਲੇਕਿਨ ਜਦੋਂ ਸਾਨੂੰ ਉਹਦੀ ਜਾਤ ਦਾ ਪਤਾ ਲੱਗਦਾ, ਸਾਨੂੰ ਇਹ ਜਿਹੜੀਆਂ ਗੱਲਾਂ ਜਿਹੜੀਆਂ ਆਪਾਂ ਪੜ੍ਹੀਆਂ ਡਾਕਟਰ ਅੰਬੇਡਕਰ ਦੀਆਂ, ਔਰ ਜਦੋਂ ਸਾਨੂੰ ਪਤਾ ਲੱਗਾ ਵੀ ਜਿਹੜੀ ਜਾਤ ਆ ਇਹ ਨਾ ਤਾਂ ਕਿਸੇ ਰੱਬ ਨੇ ਬਣਾਈ ਆ ਔਰ ਨਾ ਹੀ ਕਿਤੇ ਉੱਪਰੋਂ ਆਈ ਆ। ਅਤੇ ਇਹ ਜਿਹੜੇ ਗ੍ਰੰਥ ਸਾਡੇ ਜਿਨ੍ਹਾਂ ਨੂੰ ਅਸੀਂ ਹਿੰਦੂ ਗ੍ਰੰਥ ਵੀ ਕਹਿੰਦੇ ਆ, ਉਹ ਸਾਡੀ ਕਲਚਰ ਨਾਲ ਇੰਨੇ ਜੁੜੇ ਰਹੇ ਆ ਕਿ ਸਾਨੂੰ ਐਂ ਲੱਗਦਾ ਸੀ ਵੀ ਜਿਹੜੀ ਜਾਤ ਜਾਂ ਛੋਟਾ ਬੜਾ ਜਿਹੜਾ ਬਣਾਇਆ ਇਹ ਰੱਬ ਨੇ ਬਣਾਇਆ, ਇਹਦੇ ਵਿੱਚ ਬੰਦੇ ਦਾ ਕੋਈ ਕਸੂਰ ਨਹੀਂ। ਪਰ ਜਿਸ ਵੇਲੇ ਆਪਾਂ ਇਹਨਾਂ ਚੀਜ਼ਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਡਾਕਟਰ ਅੰਬੇਡਕਰ ਨੂੰ ਪੜ੍ਹਨਾ ਸ਼ੁਰੂ ਕੀਤਾ, ਉਹਨਾਂ ਵਰਗੇ ਹੋਰ ਲੋਕਾਂ ਦਾ, ਜੋਤੀ ਰਾਏ ਫੂਲੇ, ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਮੁਲਕ ਦੇ ਅਥੀਸਟ ਦਾ ਮਤਲਬ ਇੱਥੇ ਮੈਂ ਇਹ ਸਪਸ਼ਟ ਕਰਨਾ ਚਾਹਾਂਗਾ, ਜਿਹੜੇ ਲੋਕ ਕਿਸੇ ਰੱਬੀ ਤਾਕਤ ਨੂੰ ਨਹੀਂ ਮੰਨਦੇ, ਅਸੀਂ ਉਹਨਾਂ ਨੂੰ ਨਾਸਤਿਕ ਵੀ ਕਹਿੰਦੇ ਆ। ਅਤੇ ਜਿਹੜੇ ਮੈਂ ਉਹਨਾਂ ਦਾ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ, ਫਿਰ ਸਾਨੂੰ ਪੂਰੀ ਤਰ੍ਹਾਂ ਜਿਹੜਾ ਮੇਰੇ ਦਿਮਾਗ ਜਿਹੜਾ ਦੁਨੀਆ ਦੇਖਣ ਦਾ ਜਾਂ ਲੋਕਾਂ ਨੂੰ ਦੇਖਣ ਦਾ ਜਿਹੜਾ ਵਿਜ਼ਨ ਸੀਗਾ ਉਹ ਬਦਲਦਾ ਚਲਾ ਗਿਆ। ਅਤੇ ਉੱਤੋਂ ਲੈ ਕੇ ਹੁਣ ਤੱਕ ਜਿਹੜੀਆਂ ਮੇਰੇ ਲਿਖਣ ਦਾ, ਪੜ੍ਹਨ ਦਾ ਜਿਹੜਾ ਮੇਰਾ ਰੁਝਾਨ ਰਿਹਾ, ਉਹ ਵੱਡੇ ਜਿਹੜੇ ਸਾਡੇ ਦੁਨੀਆ ਦੇ ਮੰਨੇ ਪ੍ਰਮੰਨੇ ਚਿੰਤਕ ਆ, ਚਾਹੇ ਉਹ ਯੂਰਪ ਦੇ ਆ, ਚਾਹੇ ਉਹ ਸਾਡੇ ਇੰਡੀਆ ਦੇ ਆ, ਚਾਹੇ ਉਹ ਮਿਡਲ ਈਸਟ ਦੇ ਆ, ਚਾਹੇ ਉਹ ਹੋਰ ਕਿਸੇ ਖਿੱਤੇ ਦੇ ਹੈਗੇ ਆ, ਜਿਸ ਲਈ ਅਸੀਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਉਹਨਾਂ ਦੇ ਲਿਖਤਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਫਿਰ ਸਾਨੂੰ ਸਪਸ਼ਟ ਹੋਇਆ ਕਿ ਸਾਡੇ ਮੁਲਕ ਦੀ ਜਿਹੜੀ ਸਭਿਅਤਾ, ਕਲਚਰ ਆ, ਇਹ ਇੰਨੀ ਨੀਵੇਂ ਪੱਧਰ ਦੀ ਆ ਵੀ ਸਾਨੂੰ ਇਹ ਸੋਚ ਕੇ ਸ਼ਰਮ ਆਉਂਦੀ ਆ ਵੀ ਸਿਰਫ ਸਾਡੇ ਮੁਲਕ ਦੇ ਵਿੱਚ ਹੀ ਗਰੀਬ ਅਮੀਰ, ਜਾਤ ਪਾਤ ਇੱਥੇ ਹੀ ਕਿਉਂ ਪੈਦਾ ਹੋਈ ਆ, ਦੂਸਰੇ ਮੁਲਕਾਂ 'ਚ ਕਿਉਂ ਨਹੀਂ ਪੈਦਾ ਹੋਈ ਆ, ਉੱਥੇ ਕਿਉਂ ਨਹੀਂ ਕੰਮ ਨਾਲ ਕਿਸੇ ਕਿੱਤੇ ਨੂੰ ਜਾਤ ਨਾਲ ਜੋੜਿਆ ਗਿਆ, ਸਾਡੇ ਮੁਲਕ ਵਿੱਚ ਕਿਉਂ ਆ। ਜਿਸ ਤਰ੍ਹਾਂ ਹੁਣ ਮੈਂ ਆਪਣੇ ਜੁੱਤੀਆਂ ਦਾ ਕੰਮ ਕਰਦਾ, ਮੈਂ ਨਵੀਂ ਜੁੱਤੀਆਂ ਤਿਆਰ ਕਰਦਾ, ਪਰ ਇਹੀ ਕੰਮ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਦੇਖਦੇ ਹਾਂ, ਉੱਥੇ ਵੀ ਕਰਦੇ ਆ, ਉੱਥੇ ਇੱਦਾਂ ਦੀ ਕੋਈ ਗੱਲ ਨਹੀਂ, ਉੱਥੇ ਵੀ ਜੁੱਤੀਆਂ ਬਣਾਉਂਦੇ ਆ ਲੋਕ, ਲੇਕਿਨ ਉੱਥੇ ਕੰਮ ਕਰਨ ਦਾ ਢੰਗ ਅਲੱਗ ਆ, ਮਸ਼ੀਨਾਂ ਰਾਹੀਂ ਹੁੰਦਾ ਜਾਂ ਅਲੱਗ ਟੈਕਨੀਕ ਨਾਲ ਹੁੰਦਾ। ਪਰ ਤੁਹਾਨੂੰ ਉੱਥੇ ਕਿਸੇ ਨੇ ਮੋਚੀ ਨਹੀਂ ਕਹਿਣਾ, ਚਾਹੇ ਤੁਸੀਂ ਜੁੱਤੀਆਂ ਬਣਾਉਂਦੇ। ਜੇ ਤੁਸੀਂ ਕਿਸੇ ਕਾਰਾਗਰੀ ਨਾਲ ਬੱਝੇ ਹੋ, ਤੁਹਾਨੂੰ ਕਿਸੇ ਨੇ ਇਹ ਨਹੀਂ ਕਹਿਣਾ ਫਲਾਨਾ ਬੰਦਾ, ਜਿਸ ਤਰ੍ਹਾਂ ਸਾਨੂੰ ਜਿਹੜਾ ਕੱਪੜਾ ਬੁਣਦਾ ਉਹਨੂੰ ਜੁਲਾਹਾ ਕਹਿੰਦੇ ਆਪਾਂ, ਜੁਲਾਹਾ ਜਾਤ ਬਣ ਗਈ। ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਮਾਜ 'ਚ, ਸਾਡੇ ਕਲਚਰ ਵਿੱਚ ਹੀ ਆ ਇਹ ਜਿਹੜਾ ਸਿਸਟਮ ਹੈ, ਔਰ ਅਸੀਂ ਚਾਹੁੰਦੇ ਹਾਂ ਵੀ ਇਹ ਸਿਸਟਮ ਹੈ ਇਹ ਜਿਹੜਾ ਬਦਲਣਾ ਚਾਹੀਦਾ। ਜੇ ਨਹੀਂ ਬਦਲੇਗਾ ਤਾਂ ਇਹ ਜਿਹੜਾ ਸਾਡਾ ਊਚ ਨੀਚ ਆ ਜਾਂ ਜਾਤ ਪਾਤ ਹੈ ਉਸ ਤਰ੍ਹਾਂ ਹੀ ਕਾਇਮ ਰਹੇਗੀ। ਦੁਆਰਕਾ ਭਾਰਤੀ ਜੀ, ਜਿੱਦਾਂ ਸਾਡੇ ਸਮਾਜ ਵਿੱਚ ਇਹ ਮਿੱਥ ਵਾ, ਜਿਹੜਾ ਇੱਕ ਸਾਹਿਤਕਾਰ ਹੁੰਦਾ ਬਈ ਉਹ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ, ਸਾਡੇ ਦਰਸ਼ਕਾਂ ਨੂੰ ਦੱਸੋ ਬਈ ਤੁਸੀਂ ਕਿੰਨਾ ਕੁ ਪੜ੍ਹੇ ਲਿਖੇ ਆ ਜੀ? ਨਹੀਂ, ਵੈਸੇ ਜਿਹੜਾ ਤੁਹਾਡਾ ਪਹਿਲਾ ਸਵਾਲ ਆ ਉਹ ਮੈਂ ਉਹਦੇ ਨਾਲ ਸਹਿਮਤ ਇਸ ਕਰਕੇ ਨਹੀਂ ਕਿ ਸਾਹਿਤਕਾਰ ਜਿਹੜੇ ਸਾਡੇ ਪੁਰਾਣੇ ਰਹੇ ਆ, ਮੈਂ ਜੇ ਸੰਤ ਗੁਰੂ ਰਵਿਦਾਸ ਜੀ ਉਹਨਾਂ ਦੀ ਗੱਲ ਕਰਾਂ, ਉਹ ਵੀ ਸਾਹਿਤਕਾਰ ਰਹੇ ਆ, ਉਹਨੇ ਵੀ ਕਵਿਤਾਵਾਂ ਲਿਖੀਆਂ, ਉਹਨੇ ਜੋ ਮਹਿਸੂਸ ਕੀਤਾ ਲਿਖਿਆ। ਸਾਡੇ ਗੁਰੂ ਨਾਨਕ ਦੇਵ ਜੀ ਰਹੇ ਆ, ਫਰੀਦ ਰਹੇ ਆ, ਹੋਰ ਬਹੁਤ ਸਾਰੇ ਸਾਡੇ ਜਿਹੜੇ ਕਵੀ ਜਾਂ ਸਾਹਿਤਕਾਰ ਹੋਏ ਉਹ ਵੀ ਸਾਹਿਤਕਾਰ ਸੀ। ਔਰ ਮੈਨੂੰ ਲੱਗਦਾ ਨਹੀਂ ਕਿਸੇ ਕਾਲਜ ਵਿੱਚ ਜਾਂ ਯੂਨੀਵਰਸਿਟੀ ਗਏ ਹੋਣ। ਇਸ ਕਰਕੇ ਜਿਹੜੀ ਪੜ੍ਹਾਈ ਦਾ ਬਹੁਤਾ ਸੰਬੰਧ ਜਿਹੜਾ ਉਹ ਸਾਡਾ ਇਹ ਨਹੀਂ ਹੈ ਸਾਹਿਤਕਾਰ ਦਾ। ਸਾਹਿਤਕਾਰ ਤਾਂ ਇੱਕ ਅੰਦਰੋਂ ਪੈਦਾ ਹੁੰਦਾ, ਕਿਸੇ ਦੇ ਬੰਦੇ ਅੰਦਰੋਂ ਪੈਦਾ ਹੁੰਦਾ। ਇਹਦੀ ਨਾ ਤਾਂ ਕੋਈ ਡਿਗਰੀ ਆ, ਤੁਸੀਂ ਡਾਕਟਰ ਬਣਾ ਲਓ, ਇੰਜੀਨੀਅਰ ਬਣਾ ਲਓ, ਪਰ ਇੱਕ ਸਾਹਿਤਕਾਰ ਨੂੰ ਤੁਸੀਂ ਬਣਾ ਨਹੀਂ ਸਕਦੇ। ਸਾਹਿਤਕਾਰ ਆਪਣੇ ਧੁਰੋਂ ਹੀ ਜਿਹੜਾ ਉਹਦੇ ਵਿਚਾਰਾਂ ਦੇ ਆਧਾਰ 'ਤੇ ਹੀ ਪੈਦਾ ਹੁੰਦਾ। ਦੁਆਰਕਾ ਭਾਰਤੀ ਜੀ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਜਿਹੜਾ ਤੁਸੀਂ ਪੜ੍ਹ ਲਿਖ ਕੇ ਡਾਕਟਰ ਵਧੀਆ ਬਣ ਸਕਦੇ, ਇੰਜੀਨੀਅਰ ਵਧੀਆ ਬਣ ਸਕਦੇ ਜਾਂ ਕਿਸੇ ਹੋਰ ਅਹੁਦੇ 'ਤੇ ਪਹੁੰਚ ਸਕਦੇ, ਪਰ ਜਿਹੜਾ ਸਾਹਿਤ ਸਿਰਜਣਾ ਕਰਨਾ ਉਹਦੇ ਲਈ ਕੋਈ ਖਾਸ ਪੜ੍ਹਾਈ ਨਹੀਂ, ਬਸ ਇੱਕ ਸੋਚ ਹੁੰਦੀ ਆ, ਸੋਚ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰਨਾ ਹੀ ਜਿਹੜਾ ਸਾਹਿਤ ਆ। ਦੁਆਰਕਾ ਭਾਰਤੀ ਜੀ, ਹੁਣ ਤੱਕ ਤੁਸੀਂ ਸਾਹਿਤ ਦੀ ਝੋਲੀ ਵਿੱਚ ਕਿੰਨੀਆਂ ਕਿਤਾਬਾਂ ਪਾ ਚੁੱਕੇ ਹੋ ਜੀ?
ਮੇਰੀਆਂ ਜੀ ਲਗਭਗ 15-16 ਪੁਸਤਕਾਂ ਜਿਹੜੀਆਂ ਆ ਚੁੱਕੀਆਂ, ਜਿਨ੍ਹਾਂ ਦੇ ਵਿੱਚ ਮੇਰੀਆਂ ਅਨੁਵਾਦ ਕੀਤੀਆਂ। ਕਿਉਂਕਿ ਮੈਂ ਸ਼ੁਰੂ ਤੋਂ ਜਿਹੜਾ ਮੇਰਾ ਸਾਹਿਤ ਦਾ ਕੰਮ ਜਿਹੜਾ ਸ਼ੁਰੂ ਕੀਤਾ, ਮੈਂ ਉਹ ਅਨੁਵਾਦ ਤੋਂ ਹੀ ਸ਼ੁਰੂ ਕੀਤਾ। ਅਨੁਵਾਦ ਦਾ ਭਾਵ ਆ ਜਿਹੜੀ ਮੈਨੂੰ ਪੁਸਤਕ ਚੰਗੀ ਲੱਗਦੀ ਆ ਔਰ ਮੈਂ ਚਾਹੁੰਦਾ ਕਿ ਮੇਰੇ ਪੜ੍ਹਨ ਤੋਂ ਬਾਅਦ ਜਿਹੜੇ ਇਹ ਪੰਜਾਬੀ ਵਿੱਚ ਹੀ ਪੜ੍ਹੀ ਜਾਵੇ ਅਤੇ ਹਿੰਦੀ ਵਿੱਚ ਹੀ ਪੜ੍ਹੀ ਜਾਵੇ। ਮੈਂ ਮੰਨ ਲਓ ਮੈਂ ਹਿੰਦੀ ਜਾਣਦਾ ਅਤੇ ਬਹੁਤੇ ਲੋਕ ਸਾਡੇ ਪੰਜਾਬ ਦੇ ਵਿੱਚ ਹਿੰਦੀ ਨਹੀਂ ਜਾਣਦੇ, ਅਤੇ ਮੈਂ ਉਹ ਕੋਸ਼ਿਸ਼ ਕੀਤੀ ਆ ਵੀ ਉਹ ਰਚਨਾਵਾਂ ਨੂੰ ਪੰਜਾਬੀ ਦੇ ਵਿੱਚ ਵੀ ਕਰਾਂ। ਇਸ ਤਰ੍ਹਾਂ ਹੀ ਜਿਹੜੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਉਹ ਮੈਂ ਉਹਦਾ ਹਿੰਦੀ ਅਨੁਵਾਦ ਕੀਤਾ ਔਰ ਪੂਰੇ ਜਿਹੜੇ ਹਿੰਦੀ ਬੈਲਟ ਆ ਸਾਡੀ, ਪੂਰਾ ਸਾਡਾ ਜਿਹੜੇ ਹਿੰਦੀ ਬੈਲਟ ਆ, ਰਾਜਸਥਾਨ ਹੈ, ਦਿੱਲੀ ਆ, ਮੱਧ ਪ੍ਰਦੇਸ਼ ਆ, ਸਾਰੀ ਹਿੰਦੀ ਬੈਲਟ ਆ। ਅਤੇ ਇਹਨਾਂ ਦੇ ਵਿੱਚ ਆਪਾਂ ਜਿਹੜੀ ਮੇਰੀ ਰਚਨਾਵਾਂ ਜਿਹੜੀ ਅਨੁਵਾਦ ਹੋ ਕੇ ਉੱਥੇ ਪੁੱਜੀਆਂ। ਜਿਸ ਤਰ੍ਹਾਂ ਮੇਰੀ ਇੱਕ ਸਾਡੇ ਉੱਥੇ ਇੱਕ ਮਿੱਤਰ ਸਾਡੇ ਸੀਗੇ ਓਮ ਪ੍ਰਕਾਸ਼ ਵਾਲਮੀਕੀ, ਉਹਨਾਂ ਦੀ ਇੱਕ ਆਤਮ ਕਥਾ ਸੀ, ਉਹਦਾ ਨਾਂ ਸੀ ਝੂਠ, ਅਤੇ ਬਹੁਤ ਵਧੀਆ ਆਤਮ ਕਥਾ ਸੀ। ਅਤੇ ਉਹ ਵਾਲਮੀਕੀ ਦੀ ਕੈਟੇਗਰੀ ਨਾਲ ਸੰਬੰਧਿਤ ਸੀ। ਅਤੇ ਮੈਂ ਜਦੋਂ ਪੜ੍ਹੀ ਆ ਅਤੇ ਮੇਰਾ ਫਿਰ ਇਹ ਮਨ 'ਚ ਵਿਚਾਰ ਹੋਇਆ ਵੀ ਜਿਹੜੀ ਪੁਸਤਕ ਆ ਇਹ ਸਾਡੇ ਪੰਜਾਬੀ 'ਚ ਹੀ ਪੁੱਜਣੀ ਚਾਹੀਦੀ ਆ। ਅਤੇ ਫਿਰ ਉਸ ਦਾ ਮੈਂ ਜਿਹੜਾ ਉਹਦਾ ਪੰਜਾਬੀ ਅਨੁਵਾਦ ਕੀਤਾ ਔਰ ਉਹ ਅਨੁਵਾਦ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਵੀ ਇਹ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਹੈ। ਇਹਦਾ ਘੱਟੋ ਘੱਟ 5-6 ਜਿਹੜੇ ਐਡੀਸ਼ਨ ਆ ਉਹ ਛਪ ਚੁੱਕੇ ਆ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਮਤਲਬ ਵਿਕੀ ਆ। ਸੋ ਇਹ ਜਿਹੜਾ ਸਾਹਿਤ ਦਾ ਕੰਮ ਆ ਜੀ, ਇਹ ਸਾਡੇ ਕਿੱਤੇ ਨਾਲ ਨਹੀਂ, ਸਾਡੇ ਵਿਚਾਰਾਂ ਨਾਲ ਜੁੜਿਆ। ਹਾਂਜੀ। ਦਵਾਰਕਾ ਭਾਰਤੀ ਜੀ, ਤੁਸੀਂ ਇੱਕ ਆਪਣੀ ਆਟੋਬਾਇਓਗ੍ਰਾਫੀ ਲਿਖੀ ਆ, ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਦਰਸਾਇਆ ਆ? ਹਾਂ, ਮੈਂ ਐਕਚੁਅਲੀ ਜਿਹੜੀ ਮੇਰੀ ਆਟੋਬਾਇਓਗ੍ਰਾਫੀ ਜੀ, ਮੈਂ ਉਹ ਸਿਰਫ ਮੇਰੇ ਵਿਚਾਰਾਂ ਨਾਲ ਜਾਂ ਮੇਰੇ ਜੋ ਲਿਟਰੇਚਰ ਆ ਉਹਦੇ ਨਾਲ ਜੁੜੀ ਹੋ ਆ। ਅਤੇ ਉਸ ਹਿੰਦੀ 'ਚ ਮੈਂ ਲਿਖੀ ਆ, ਹਿੰਦੀ 'ਚ ਇਸ ਕਰਕੇ ਲਿਖੀ ਆ ਵੀ ਹਿੰਦੀ ਦਾ ਜਿਹੜਾ ਪਾਠਕ ਵਰਗ ਆ ਬਹੁਤ ਜ਼ਿਆਦਾ। ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬੀ 'ਚ ਲਿਖਾਂਗੇ ਅਤੇ ਸਿਰਫ ਪੰਜਾਬ 'ਚ ਰਹਿ ਜਾਣੀ ਆ, ਅਤੇ ਹੁਣ ਉਹ ਕਾਫੀ ਜਿਹੜੇ ਆ ਦੂਸਰੇ ਖਿੱਤਿਆਂ 'ਚ ਪੁੱਜੀ ਆ। ਅਤੇ ਉਹਦਾ ਨਾਂ ਹੈ ਮੋਚੀ, ਏਕ ਮੋਚੀ ਕਾ ਅਦਬੀ ਜ਼ਿੰਦਗੀ ਨਾਮਾ। ਯਾਨੀ ਕਿ ਜੇ ਮੈਂ ਪੰਜਾਬੀ 'ਚ ਕਹਾਂ, ਇੱਕ ਮੋਚੀ ਦਾ ਜਿਹੜਾ ਉਹਦਾ ਸਾਹਿਤਕ ਨਾਮਾ, ਉਹਦਾ ਸਾਹਿਤਕ ਸਫ਼ਰ ਆ, ਕਿੱਥੋਂ ਸ਼ੁਰੂ ਹੋਇਆ ਅਤੇ ਕਿੱਥੇ ਖਤਮ ਹੁੰਦਾ। ਔਰ ਤੁਹਾਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਵੇਗੀ ਜਾਂ ਖੁਸ਼ੀ ਵੀ ਹੋਵੇਗੀ ਵੀ ਇਹ ਪੁਸਤਕ ਕਾਫੀ ਜਿਹੜੀ ਅੱਜ ਤੋਂ ਕਈ ਹਜ਼ਾਰ ਕਾਪੀਆਂ ਜਿਹੜੀਆਂ ਇਹਦੀਆਂ ਇਹ ਵਿਕ ਚੁੱਕੀਆਂ। ਅਤੇ ਉਹ ਜਿਹੜੀ ਪੁਸਤਕ ਆ ਮੈਂ ਤੁਹਾਡੇ ਸਾਹਮਣੇ ਜਿਹੜੀ ਮੇਰੀ ਆਟੋਬਾਇਓਗ੍ਰਾਫੀ ਆ ਇਹ ਮੈਂ ਦੱਸਦਾ। ਇਹਦੇ ਵਿੱਚ ਮੈਂ ਕਿੱਦਾਂ ਸਾਹਿਤ ਦੇ ਵਿੱਚ ਆਇਆ, ਕਿੱਦਾਂ ਮੇਰੀ ਜ਼ਿੰਦਗੀ ਨਾਲ ਜਿਹੜੇ ਮੇਰੇ ਕੌੜੇ ਅਨੁਭਵ ਮੇਰੇ ਕੰਮ ਨਾਲ ਜੁੜਿਓ, ਮੇਰੀ ਜਾਤ ਨਾਲ ਜੁੜਿਓ, ਇਹ ਕਿੱਦਾਂ ਦੇ ਰਹੇ ਆ, ਮੈਂ ਇਸ ਪੁਸਤਕ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਜਿਹੜਾ ਉਹ ਸਪਸ਼ਟ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਸਾਨੂੰ ਪਹਿਲਾਂ ਦੱਸਿਆ ਵੀ ਤੁਸੀਂ ਸਰਕਾਰੀ ਜੌਬ ਵਿੱਚ ਵੀ ਰਹੇ ਆ, ਉਹ ਕੀ ਕਾਰਨ ਸੀਗੇ ਬਈ? ਕਿਉਂਕਿ ਅੱਜ ਕੱਲ੍ਹ ਜਿਹੜਾ ਸਮਾਂ ਆ ਬਈ ਸਾਰੇ ਸਮਾਜ ਅੰਦਰ ਇਹੀ ਗੱਲ ਆ ਵੀ ਸਰਕਾਰੀ ਨੌਕਰੀ ਜ਼ਰੂਰੀ ਆ। ਕੀ ਕਾਰਨ ਬਣੇ ਕਿ ਤੁਹਾਨੂੰ ਸਰਕਾਰੀ ਨੌਕਰੀ ਛੱਡਣੀ ਪੈ ਗਈ? ਨਹੀਂ, ਮੈਂ ਛੱਡੀ ਨਹੀਂ ਜੀ। ਮੈਂ ਲਗਭਗ 5-6 ਸਾਲ ਮੈਂ ਸੁੰਦਰ ਨਗਰ ਡੈਮ ਹਿਮਾਚਲ ਪ੍ਰਦੇਸ਼ ਦੇ ਵਿੱਚ ਮੈਂ ਐਜ਼ ਏ ਇਲੈਕਟ੍ਰੀਸ਼ਨ ਕੰਮ ਕੀਤਾ। ਅਤੇ ਜਿਹੜੀ ਸਾਡੀ ਪੋਸਟ ਸੀਗੀ ਉਹ ਵਰਕਚਾਰ ਸੀ, ਅਤੇ ਉਹ ਜਿਸ ਵੇਲੇ ਫਿਰ ਕੰਮ ਖਤਮ ਹੋਇਆ ਤਾਂ ਫਿਰ ਸਾਨੂੰ ਦੂਸਰੀ ਜਗ੍ਹਾ ਘੱਲ ਰਹੇ ਸੀ। ਅਤੇ ਮੈਂ ਫਿਰ ਉਸ ਜਗ੍ਹਾ ਜਾਣਾ ਨਹੀਂ ਚਾਹੁੰਦਾ, ਇਸ ਕਰਕੇ ਮੈਂ ਛੱਡ ਕੇ ਉਹ ਜੋਬ ਜਿਹੜੀ 5 ਸਾਲ ਕੀਤੀ ਆ ਛੱਡ ਕੇ ਫਿਰ ਮੈਂ ਆਪਣੇ ਘਰ ਆ ਗਿਆ ਸੀ। ਹਾਂਜੀ। ਜਦੋਂ ਜੌਬ ਛੱਡ ਦਿੱਤੀ ਸੀ ਉਸ ਤੋਂ ਬਾਅਦ ਤੁਸੀਂ ਆਹ ਮੋਚੀ ਦਾ ਕੰਮ ਸਟਾਰਟ ਕਰ ਦਿੱਤਾ ਸੀ ਜਾਂ ਉਸ ਤੋਂ ਬਾਅਦ ਕਿਤੇ ਦੇਸ਼ ਪ੍ਰਦੇਸ਼ ਵਿੱਚ ਹੋਰ ਕਿਤੇ ਕੰਮ ਕੀਤਾ ਤੁਸੀਂ ਜੀ? ਨਹੀਂ, ਮੈਂ ਐਕਚੁਅਲੀ ਮੈਂ ਜਦੋਂ ਪੜ੍ਹਨ ਦੇ ਦੌਰਾਨ ਮੈਂ ਥੋੜ੍ਹਾ ਬਹੁਤਾ ਕੰਮ ਜਿਹੜਾ ਦੁਕਾਨ 'ਤੇ ਅਸੀਂ ਕਰਦੇ ਰਹੇ ਹਾਂ। ਅਤੇ ਸਾਡੇ ਫਾਦਰ ਸਾਹਿਬ ਸੀ, ਸਾਡੇ 5-6 ਕਾਰੀਗਰ ਸਾਡੇ ਦੁਕਾਨ 'ਤੇ ਕੰਮ ਕਰਦੇ ਹੁੰਦੇ ਸੀਗੇ। ਅਤੇ ਅਸੀਂ ਜਦ ਸਕੂਲੋਂ ਆਉਣਾ ਅਤੇ ਉਸ ਜਿਹੜਾ ਮਾੜਾ ਮੋਟਾ ਜਿਹੜਾ ਦੇਖ ਲੈਣਾ, ਕਿਤੇ ਕਿੱਲ ਲਾ ਦੇਣੀ ਜਾਂ ਕਿਤੇ ਪੋਲਿਸ਼ ਕਰ ਦੇਣਾ ਜਾਂ ਹੋਰ ਛੋਟਾ ਮੋਟਾ ਕੰਮ ਜਿਹੜਾ ਸਕੂਲੋਂ ਆ ਕੇ ਸਾਡੇ ਫਾਦਰ ਸਾਹਿਬ ਨੇ ਕਹਿਣਾ ਆਹ ਕਰ ਦਿਓ। ਅੱਛਾ, ਲੇਕਿਨ ਮੈਨੂੰ ਕੋਈ ਪ੍ਰੋਪਰ ਤੌਰ 'ਤੇ ਮੈਂ ਕੰਮ ਨਹੀਂ ਸੀ ਜਾਣਦਾ ਕਿਉਂਕਿ ਮੈਂ ਪੜ੍ਹ ਰਿਹਾ ਸੀ। 10ਵੀਂ ਦੇ ਬਾਅਦ ਫਿਰ ਮੈਂ ਉੱਥੇ ਜੋਬ ਕਰਨ ਚਲਾ ਗਿਆ। ਜੋਬ ਤੋਂ ਬਾਅਦ ਆ ਕੇ ਅਤੇ ਜਦੋਂ ਸਾਡਾ ਉੱਥੇ ਕੰਮ ਖਤਮ ਹੋਇਆ ਫਿਰ ਮੈਂ ਆਪਣੇ 2 ਸਾਡੇ ਮੁਲਕ ਆ ਇਰਾਕ ਅਤੇ ਜਾਰਡਨ, ਉੱਥੇ ਮੈਂ 3-4 ਸਾਲ ਉੱਥੇ ਰਿਹਾ।
ਉੱਥੇ ਜੌਬ ਕਰਕੇ ਆ ਕੇ ਫਿਰ ਮੈਂ ਇੱਥੇ ਆ ਕੇ ਜਦੋਂ ਮੈਂ ਇੱਥੇ ਆਇਆ ਤੇ ਮੇਰੇ ਪਿੱਛੇ ਮੇਰਾ ਛੋਟਾ ਬ੍ਰਦਰ ਉਹ ਕੰਮ ਕਰ ਰਿਹਾ ਸੀ ਤੇ ਉਹ ਫਿਰ ਕੰਮ ਛੱਡ ਕੇ ਦੁਕਾਨ ਛੱਡ ਕੇ ਚਲਾ ਗਿਆ USA ਤੇ ਉਹਦੇ ਜਾਣ ਤੋਂ ਬਾਅਦ ਫਿਰ ਜਿਹੜੀ ਦੁਕਾਨਦਾਰੀ ਆ ਮੈਨੂੰ ਸਾਂਭਣੀ ਪਈ। ਸਾਡੀਆਂ ਦੋ ਦੁਕਾਨਾਂ ਸੀ, ਇੱਕ ਸ਼ਹਿਰ ਦੇ ਵਿੱਚ ਸੀ, ਇੱਕ ਬਾਹਰ ਸੀ ਤੇ ਜਿਹੜੀ ਸ਼ਹਿਰ ਦੇ ਵਿੱਚ ਸਾਡੇ ਫਾਦਰ ਸਾਹਿਬ ਬੈਠਦੇ ਸੀਗੇ ਤੇ ਜਿਹੜੀ ਬਾਹਰ ਦੁਕਾਨ ਸੀ ਉਹ ਮੈਨੂੰ ਸਾਂਭਣੀ ਪਈ। ਇਸ ਕਰਕੇ ਮੈਂ ਇਸ ਕਿੱਤੇ 'ਚ ਆਇਆ ਤੇ ਔਰ ਦੋ ਕਾਰੀਗਰ ਮੇਰੇ ਕੋਲ ਕੰਮ ਕਰਦੇ ਰਹੇ। ਹੁਣ ਤਾਂ ਖੈਰ ਕੰਮ ਘਟ ਗਏ ਆ ਤੇ ਉਹਨਾਂ ਦਿਨਾਂ 'ਚ ਕੰਮ ਬਹੁਤ ਹੁੰਦੇ ਸੀਗੇ ਤੇ ਸਾਡਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀ। ਇਸ ਕਰਕੇ ਇਸੇ ਤਰ੍ਹਾਂ ਮੈਂ ਜਿਹੜਾ ਇਸ ਕੰਮ 'ਚ ਆਇਆ ਜੀ ਤੇ ਨਾਲ ਹੀ ਜਿਹੜੀ ਮੇਰੀ ਸਾਹਿਤ ਸਾਧਨਾ ਉਹ ਵੀ ਨਾਲ ਹੀ ਚੱਲਦੀ ਰਹੀ ਆ। ਹਾਂਜੀ। ਦੁਆਰਕਾ ਭਾਰਤੀ ਜੀ, ਐਜ਼ ਪ੍ਰੈਜ਼ੈਂਟ ਤੁਸੀਂ ਇੱਥੇ ਆਪਣੀ ਸ਼ਾਪ ਦੇ ਉੱਤੇ ਕੰਮ ਕਰਦੇ ਆ, ਮੋਚੀ ਦਾ ਕੰਮ ਕਰਦੇ ਆ। ਤੁਸੀਂ ਇਸ ਸਮੇਂ ਆਪਣੇ ਆਪ ਨੂੰ ਇੱਕ ਮਹਾਨ ਸਾਹਿਤਕਾਰ ਜਾਂ ਇੱਕ ਵਧੀਆ ਕਿਰਤੀ ਦੇ ਤੌਰ ਤੇ ਕਿੱਦਾਂ ਦੇਖਦੇ ਆ ਜੀ? ਦੋਨਾਂ ਵਿੱਚੋਂ ਤੁਸੀਂ ਆਪਣੇ ਆਪ ਨੂੰ ਕੀ ਚੰਗਾ ਸਮਝਦੇ ਆ ਜੀ? ਉਹ ਨਹੀਂ ਆ ਜਿਹੜੀ ਸਾਹਿਤ ਆ ਜੀ, ਜਿਹੜਾ ਸਾਡਾ ਕਿੱਤਾ, ਇਹ ਸਾਨੂੰ ਇਹ ਲੱਗਦਾ ਵੈ ਸਾਡੇ ਮੁਲਕ ਵਿੱਚ ਇਹ ਕਿਹਾ ਜਾਂਦਾ, ਇਹ ਸਵਾਲ ਵੀ ਇੱਦਾਂ ਦੇ ਕੀਤੇ ਜਾਂਦੇ ਕਿਉਂਕਿ ਸਾਡੇ ਮੁਲਕ ਦੇ ਵਿੱਚ ਜੇ ਕੋਈ ਜਿਹੜਾ ਬੰਦਾ ਕੰਮ ਕਰਦਾ, ਕਿੱਤਾ ਕੋਈ ਵੀ ਕਰਦਾ, ਖਾਸ ਕਰਕੇ ਜਿਹੜਾ ਮੇਰਾ ਕਿੱਤਾ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਕੋਬਲਰ ਕਹਿੰਦੇ ਆ ਤੇ ਉਹਦਾ ਮੋਚੀ ਵੀ ਕਹਿੰਦੇ ਆ, ਤਾਂ ਆਮ ਲੋਕਾਂ ਦੀ ਧਾਰਨਾ ਇਹ ਬਣੀ ਹੋ ਆ ਵੀ ਜਿਹੜਾ ਬੰਦਾ ਮੋਚੀ ਕੰਮ ਕਰਦਾ ਉਹ ਹੋਰ ਪੜ੍ਹਨ ਲਿਖਣ ਦਾ ਕੰਮ ਜਾਂ ਸੋਚਣ ਦਾ ਕੰਮ ਉਹ ਕਦੇ ਨਹੀਂ ਕਰ ਸਕਦਾ। ਸੋ ਇਹ ਜਿਹੜੀ ਧਾਰਨਾ ਜੁੜੀ ਉਹ ਸਾਡੇ ਨਾਲ ਨਾ, ਮੈਂ ਇਸ ਧਾਰਨਾ ਨੂੰ ਇੱਕ ਤਰ੍ਹਾਂ ਦਾ ਖ਼ਤਮ ਕੀਤਾ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਕੰਮ ਕੋਈ ਨੀਵਾਂ ਨਹੀਂ ਹੁੰਦਾ। ਕੰਮ ਹੁੰਦਾ। ਜਿਹੜਾ ਤੁਹਾਨੂੰ ਕੰਮ ਤੁਹਾਡੇ ਬੱਚਿਆਂ ਦਾ ਪੇਟ ਪਾਲ ਰਿਹਾ, ਮੇਰਾ ਪੇਟ ਪਾਲ ਰਿਹਾ, ਮੈਂ ਇਸ ਕੰਮ ਦੇ ਸਿਰ ਦੇ ਉੱਪਰ, ਇਸ ਕੰਮ ਦੇ ਬਲ 'ਤੇ ਮੇਰੇ ਤਿੰਨ ਲੜਕੇ ਆ, ਉਹਨਾਂ ਨੂੰ ਪੜ੍ਹਾਇਆ ਤੇ ਮੇਰਾ ਇੱਕ ਲੜਕਾ ਬੈਂਕ ਦੇ ਵਿੱਚ ਨੌਕਰੀ ਕਰਦਾ, ਉਹਨੂੰ ਡਿਗਰੀ ਕਰਾਈ ਆ। ਸੋ ਮੇਰੇ ਕਹਿੰਦਾ ਭਾਵ ਆ ਵੀ ਕੰਮ ਜਿਹੜਾ ਤੁਹਾਨੂੰ ਰੋਟੀ ਦੇ ਰਿਹਾ, ਉਹ ਕੰਮ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਗਾਹਾਂ ਚਲਾ ਰਿਹਾ, ਉਹ ਕਦੇ ਵੀ ਨੀਵਾਂ ਨਹੀਂ ਹੋ ਸਕਦਾ। ਤੇ ਇਹ ਜਿਹੜੀ ਧਾਰਨਾ ਜਿਹੜੀ ਹੈਗੀ ਆ, ਇਹ ਸਾਡੇ ਮੁਲਕ ਦੇ ਵਿੱਚ ਹੀ ਆ। ਬਾਹਰ ਤੁਹਾਨੂੰ ਕਿਤੇ ਵੀ ਇਹ ਜਿਹੜੀ ਸਾਡੇ ਮੁਲਕ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਹਿੱਸੇ ਚੱਲ ਜਾਓ ਤੁਹਾਨੂੰ ਇਹ ਧਾਰਨਾ ਨਹੀਂ ਮਿਲੇਗੀ। ਤੇ ਸਾਡੇ ਮੁਲਕ ਵਿੱਚ ਇਹ ਧਾਰਨਾ ਹੈਗੀ ਆ ਤੇ ਮੈਂ ਇਸ ਸੰਦਰਭ 'ਚ ਇਹੀ ਜਿਹੜਾ ਮੇਰਾ ਨਜ਼ਰੀਆ ਬਣਿਆ। ਹਾਲਾਂਕਿ ਮੈਂ ਇਹ ਕੰਮ ਛੱਡ ਵੀ ਸਕਦਾ ਸੀ, ਪਰ ਮੈਂ ਜਿਹੜੀ ਮੰਨ ਕੇ ਇਹ ਤੁਰਦਾ ਰਿਹਾ ਵੀ ਇਹ ਜਿਹੜਾ ਕਿੱਤਾ, ਜਿਸ ਕਿੱਤੇ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਮੈਨੂੰ ਇੱਕ ਮੇਰੀ ਜ਼ਿੰਦਗੀ ਇੱਥੇ ਤੱਕ ਪਹੁੰਚਾਈ ਆ, ਉਹ ਕਿੱਦਾਂ ਮਾੜਾ ਹੋ ਸਕਦਾ। ਸੋ ਇਸ ਕਰਕੇ ਇਹ ਮੰਨ ਕੇ ਤੁਰਨਾ ਕਿ ਕਿਤੇ ਨਾ ਕਿਸੇ ਦੇ ਬੰਦੇ ਦੀ ਸੋਚਣ ਦੀ ਜਿਹੜੀ ਉਹਦੀ ਬੁੱਧੀ ਆ ਉਹ ਜੁੜੀ ਆ, ਉਹ ਬਿਲਕੁਲ ਹੀ ਇੱਕ ਤਰ੍ਹਾਂ ਦੇ ਨਾਲ ਇਹ ਸਾਡੇ ਮੁਲਕ ਦੀ ਹੀ ਭਾਵਨਾ ਹੈ, ਬਾਹਰ ਕਿਤੇ ਵੀ ਨਹੀਂ ਭਾਵਨਾ ਹੈ। ਦੋਸਤੋ, ਦੁਆਰਕਾ ਭਾਰਤੀ ਜੀ ਨੇ ਬਹੁਤ ਵਧੀਆ ਸੁਨੇਹਾ ਇੱਕ ਦਿੱਤਾ ਵੀ ਜਿਹੜਾ ਕੰਮ ਆ ਜਾਂ ਸਾਹਿਤ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿੱਦਾਂ ਆਪਾਂ ਸਾਰੇ ਕਹਿੰਦੇ ਜਾਂ ਸੁਣਦੇ ਵੀ ਆ ਇਹ ਬਈ ਕੰਮ ਕੋਈ ਵੀ ਛੋਟਾ ਬੜਾ ਨਹੀਂ ਹੈਗਾ, ਸਾਰੇ ਕੰਮ ਬਰਾਬਰ ਆ। ਪਰ ਜੇ ਸਹੀ ਉਦਾਹਰਨ ਆ, ਉਸ ਉਦਾਹਰਨ ਨੂੰ ਸਹੀ ਸਾਬਤ ਜਿਹੜਾ ਕੀਤਾ ਉਹ ਦੁਆਰਕਾ ਭਾਰਤੀ ਜੀ ਨੇ ਕੀਤਾ। ਦੁਆਰਕਾ ਭਾਰਤੀ ਜੀ, ਅਜੋਕੇ ਸਮੇਂ ਦੇ ਵਿੱਚ ਜਿੱਦਾਂ ਜਿਹੜੇ ਪਾਠਕ ਆ ਜਾਂ ਸਰੋਤੇ ਆ ਉਹ ਬਹੁਤ ਘਟ ਗਏ ਆ ਸਾਹਿਤ ਦੇ, ਤੁਸੀਂ ਕਿੱਦਾਂ ਦੇਖਦੇ ਜੀ ਇਸ ਸਮੇਂ ਨੂੰ? ਹਾਂ, ਇਹ ਤਾਂ ਵੈਸੇ ਤੁਹਾਡਾ ਜਿਹੜਾ ਸ਼ੰਕਾ ਵੀ ਪਾਠਕ ਘਟ ਗਏ ਆ ਸਾਹਿਤ ਦੇ, ਇਹ ਬਿਲਕੁਲ ਠੀਕ ਆ। ਲੇਕਿਨ ਇਹਦੇ ਨਾਲ ਜੁੜੀ ਗੱਲ ਹੋਰ ਆ ਵੀ ਸਾਹਿਤ ਦੇ ਪਾਠਕ ਪਹਿਲਾਂ ਵੀ ਬਹੁਤ ਜ਼ਿਆਦਾ ਨਹੀਂ ਸੀ ਹੁੰਦੇ। ਅੱਜ ਜਿਹੜੀ ਆ ਟੈਕਨੀਕ ਹੈ ਅਲੱਗ ਆ ਗਈ ਆ। ਅੱਜ ਅਸੀਂ ਪੁਸਤਕਾਂ ਸਾਡੀਆਂ ਘੱਟ ਪੜ੍ਹਦੇ ਹਾਂ ਅਸੀਂ, ਲੇਕਿਨ ਜਿਹੜੇ ਅਸੀਂ ਸੋਸ਼ਲ ਮੀਡੀਆ ਦੇ ਉੱਪਰ, ਆਪਣੇ ਮੋਬਾਈਲ ਦੇ ਉੱਪਰ ਜਾਂ TV ਦੇ ਉੱਪਰ, ਉਹਦੇ ਥਰੂ ਵੀ ਆਪਾਂ ਸਾਹਿਤ ਨਾਲ ਜੁੜੇ ਹਾਂ। ਅਸੀਂ ਕੰਟੈਂਟ ਪੜ੍ਹਦੇ ਹਾਂ, ਆਪਣੀ ਸੋਸ਼ਲ ਮੀਡੀਆ ਦੇ ਉੱਪਰ ਪੜ੍ਹਦੇ ਹਾਂ। ਇਹ ਵੀ ਇੱਕ ਸਾਹਿਤਕ ਗਤੀਵਿਧੀਆਂ, ਮੈਂ ਕਹਿ ਸਕਦਾ ਵੀ ਇਹਨਾਂ ਦਾ ਇੱਕ ਰੂਪ ਬਦਲ ਗਿਆ। ਲੇਕਿਨ ਜਿਹੜੀ ਪੁਸਤਕ ਕਲਚਰ ਆ ਉਹ ਜ਼ਰੂਰ ਘਟੀ ਆ, ਖਤਮ ਨਹੀਂ ਹੋਈ। ਔਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਸਾਹਿਤ ਨਾਲ ਜੁੜੇ ਬੰਦੇ ਆ ਉਹੀ ਸਾਹਿਤ ਪੜ੍ਹਦੇ ਆ। ਲੇਕਿਨ ਅਸੀਂ ਜੇ ਇਹ ਕਹੀਏ
ਵੀ ਪਹਿਲਾਂ ਸਾਹਿਤ ਬਹੁਤ ਪੜ੍ਹਿਆ ਜਾਂਦਾ ਸੀ। ਨਾ, ਸਾਹਿਤ ਉਦੋਂ ਵੀ ਪੜ੍ਹਿਆ ਜਾਂਦਾ ਸੀ ਅਤੇ ਸਾਹਿਤ ਅੱਜ ਵੀ ਪੜ੍ਹਿਆ ਜਾਂਦਾ। ਔਰ ਤੁਹਾਨੂੰ ਹੈਰਾਨੀ ਹੋਣੀ ਸੁਣ ਕੇ ਵੀ ਅੱਜ ਵੀ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੀ ਪੁਸਤਕਾਂ ਛਪਦੀਆਂ ਔਰ ਲੋਕ ਪੜ੍ਹਦੇ ਆ। ਹਾਂ, ਪੜ੍ਹਨ ਦਾ ਜਿਹੜਾ ਸਾਡੇ ਲੋਕਾਂ ਦਾ ਇੱਕ ਟੇਸਟ ਆ ਜਾਂ ਰੁਝਾਨ ਹੈ, ਇਹ ਜ਼ਰੂਰ ਬਦਲਿਆ ਅਤੇ ਇਹ ਕਾਰਨ ਹੋ ਸਕਦਾ। ਲੇਕਿਨ ਲਿਟਰੇਚਰ ਜਿਹੜਾ ਕਿਤਾਬਾਂ ਵਾਲਾ ਜਿਹੜੇ ਥਰੂ ਜਿਹੜਾ ਸਾਨੂੰ ਮਿਲਦਾ, ਉਹਦੀ ਨਾ ਤਾਂ ਕਦੇ ਖ਼ਤਮ ਹੋਣਾ ਹੀ ਆ ਜੀ, ਅਤੇ ਨਾ ਹੀ, ਕਿਉਂਕਿ ਇਹ ਜਿਹੜਾ ਲਿਟਰੇਚਰ ਆ ਇਹ ਸਾਡੀ ਜ਼ਿੰਦਗੀ ਨੇ ਇੱਦਾਂ ਜੁੜਿਆ ਜਿਸ ਤਰ੍ਹਾਂ ਅਸੀਂ ਕੱਪੜਾ ਬੁਣਦੇ ਹਾਂ, ਸਾਡੀ ਜ਼ਿੰਦਗੀ ਤਾਣਾ ਅਤੇ ਲਿਟਰੇਚਰ ਬਾਣਾ, ਇੱਕ ਦੂਜੇ ਦੇ ਨਾਲ ਇਹ ਮਿਲ ਕੇ ਚੱਲਦਾ ਹੈਗਾ। ਇਸ ਕਰਕੇ ਸਾਹਿਤ ਜਿਹੜਾ ਇਹ ਦੁਨੀਆ ਚੱਲਦੀ ਰਹਿਣੀ ਆ, ਔਰ ਸਾਹਿਤ ਲਿਖਿਆ ਜਾਣਾ ਔਰ ਪੜ੍ਹਿਆ ਵੀ ਜਾਂਦਾ ਰਹਿਣਾ। ਦੁਆਰਕਾ ਭਾਰਤੀ ਜੀ, ਜਿਹਦਾ ਤੁਹਾਡੀ ਸ਼ੌਪ 'ਤੇ ਆਪਾਂ ਆਏ, ਆਪਾਂ ਇਹ ਦੇਖਿਆ ਵੀ ਇੱਥੇ ਜਿੱਦਾਂ ਜੁੱਤੀਆਂ ਦੀ ਸ਼ੌਪ ਆ ਤੁਹਾਡੀ, ਮੋਚੀ ਦੇ ਤੁਸੀਂ ਕੰਮ ਕਰਦੇ ਆ ਇੱਥੇ, ਪਰ ਜੁੱਤੀਆਂ ਦੇ ਨਾਲ ਨਾਲ ਇੱਥੇ ਕਿਤਾਬਾਂ ਦਾ ਵੀ ਢੇਰ ਲੱਗੇ ਹੋਆ। ਕੀ ਤੁਹਾਡੇ ਹਮ ਖਿਆਲੀ ਆਣ ਕੇ ਇੱਥੇ ਜੀ ਤੁਹਾਡੇ ਕੋਲ ਕਿਤਾਬਾਂ ਲੈ ਕੇ ਪੜ੍ਹਨ ਬਹਿ ਜਾਂਦੇ ਆ ਇੱਥੇ ਤੁਹਾਡੇ ਨਾਲ? ਹਾਂਜੀ ਹਾਂਜੀ, ਬਿਲਕੁਲ। ਆਪਾਂ ਇੱਕ ਇੱਥੇ ਸੁਭਾਸ਼ ਨਗਰ ਲਾਇਬ੍ਰੇਰੀ ਚਲਾ ਰਹੇ ਹਾਂ, ਡਾਕਟਰ ਅੰਬੇਡਕਰ ਲਾਇਬ੍ਰੇਰੀ, ਜਿਹਦੇ ਵਿੱਚ ਹਜ਼ਾਰਾਂ ਪੁਸਤਕਾਂ ਹੈਗੀਆਂ। ਮੇਰੇ ਕੋਲ ਕਾਫੀ ਸੱਜਣ ਦੂਰੋਂ ਦੂਰੋਂ ਆਉਂਦੇ ਆ ਜਿਨ੍ਹਾਂ ਨੂੰ ਪੁਸਤਕ ਦੀ ਜ਼ਰੂਰਤ ਹੁੰਦੀ ਹੈ, ਖਾਸ ਕਰਕੇ ਡਾਕਟਰ ਅੰਬੇਡਕਰ ਨਾਲ ਜੁੜੀਆਂ ਪੁਸਤਕਾਂ, ਧਾਰਮਿਕ ਪੁਸਤਕਾਂ ਜਾਂ ਸਮਾਜਿਕ ਸਾਡੀਆਂ ਜਿਹੜੀਆਂ ਰੁਝਾਨ ਆ ਉਹਨਾਂ ਨਾਲ ਜੁੜੀਆਂ ਪੁਸਤਕਾਂ ਲੈ ਆਉਂਦੇ ਆ। ਔਰ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਜਿਹੜੇ ਸਾਡੇ ਸਾਹਿਤਕਾਰ ਦੋਸਤ ਆ ਉਹ ਆਉਂਦੇ ਆ, ਔਰ ਜਿਹੜੀ ਪੁਸਤਕ ਉਹਨਾਂ ਨੂੰ ਕਿਤੇ ਦੂਸਰੇ ਪਾਸੇ ਨਹੀਂ ਮਿਲਦੀ ਉਹ ਸਾਡੀ ਲਾਇਬ੍ਰੇਰੀ ਵਿੱਚ ਉਹਨੂੰ ਜ਼ਰੂਰ ਮਿਲਦੀ ਹੈ। ਤਾਂ ਇਸ ਕਰਕੇ ਮੇਰਾ ਜਿਹੜਾ ਰੁਝਾਨ ਆ, ਮੇਰਾ ਜਿੰਨੀਆਂ ਪੁਸਤਕਾਂ ਮੇਰੇ ਕੋਲ ਆਉਂਦੀਆਂ ਉਹ ਮੈਂ ਆਪਣੀ ਜੇਬ ਦੇ ਵਿੱਚੋਂ ਮੰਗਵਾਉਂਦਾ, ਔਰ ਕੋਈ ਸੱਜਣ ਵੀ ਸਾਡੇ ਜਿਹੜੇ ਲਾਇਬ੍ਰੇਰੀ ਨੂੰ ਹੈਗੇ ਆ ਉਹ ਕਿਤਾਬਾਂ ਨੂੰ ਮਦਦ ਜ਼ਰੂਰ ਕਰਦੇ ਆ, ਅਤੇ ਉੱਥੋਂ ਵੀ ਕਾਫੀ ਪੁਸਤਕਾਂ ਹੈਗੀਆਂ। ਅਤੇ ਇਸ ਕਰਕੇ ਜਿਹੜਾ ਸਾਡਾ ਮੇਰੇ ਕੋਲ ਲਗਭਗ ਇਸ ਵੇਲੇ ਜਿਹੜੀ ਮੇਰੀ ਦੁਕਾਨ ਦੇ ਉੱਪਰ ਘੱਟੋ ਘੱਟ ਵੀ 2-3 ਹਜ਼ਾਰ ਪੁਸਤਕਾਂ ਜਿਹੜੀਆਂ ਉਹ ਹੈਗੀਆਂ, ਜਿਹੜੀਆਂ ਅਲੱਗ-ਅਲੱਗ ਵਿਸ਼ੇ ਨਾਲ ਜੁੜੀਆਂ ਹੈਗੀਆਂ। ਅਤੇ ਮੇਰੇ ਕੋਲ ਸਾਹਿਤਕਾਰ ਸੱਜਣ ਪੂਰਾ ਦਿਨ ਆ ਕੇ ਬਹਿੰਦੇ ਆ, ਸਾਡੀ ਵਿਚਾਰ ਚਰਚਾ ਹੁੰਦੀ ਆ। ਇੱਕ ਤਰ੍ਹਾਂ ਨਾਲ ਜਿਹੜੀ ਮੇਰੀ ਦੁਕਾਨ ਆ ਇਹ ਇੱਕ ਕੈਫੇ ਆ, ਕਿਤਾਬਾਂ ਦਾ ਕੈਫੇ ਆ, ਜਿੱਥੇ ਪੁਸਤਕਾਂ ਲੋਕ ਦੇ ਕੇ ਜਾਂਦੇ ਆ ਅਤੇ ਲੋਕ ਮੇਰੇ ਕੋਲ ਲੈ ਕੇ ਜਾਂਦੇ ਆ। ਦੁਆਰਕਾ ਭਾਰਤੀ ਜੀ, ਆਮ ਜਨਤਾ ਜਾਂ ਆਮ ਪਰਿਵਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਕੀ ਤੁਹਾਡਾ ਸੰਦੇਸ਼ ਆ ਜੀ? ਹਾਂ, ਸਾਹਿਤਕ ਤੌਰ 'ਤੇ ਤਾਂ ਚਲੋ ਜਿਹੜਾ ਹੈਗਾ ਹੀ ਆ, ਮੈਂ ਮੇਰੀ ਜਿਹੜੀ ਆਪਣਾ ਰੁਝਾਨ ਆ, ਜੋ ਮੇਰੀ ਵਿਚਾਰਧਾਰਾ ਉਹ ਇਹ ਕਹਿੰਦੀ ਆ, ਜਿੰਨਾ ਮੈਂ ਵਿਦਵਾਨਾਂ ਨੂੰ ਪੜ੍ਹਿਆ, ਬੜੇ ਬੜੇ ਚਿੰਤਕਾਂ ਨੂੰ ਪੜ੍ਹਿਆ, ਵੀ ਜਿਹੜੇ ਸਾਡੇ ਸਮਾਜ ਦਾ ਅੱਜ ਵਰਤਾਰਾ, ਚਾਹੇ ਉਹ ਧਾਰਮਿਕ ਤੌਰ 'ਤੇ ਲੈ ਲਓ, ਚਾਹੇ ਉਹ ਸਮਾਜਿਕ ਤੌਰ 'ਤੇ ਲੈ ਲਓ, ਇਹਦੇ ਵਿੱਚ ਪਰਿਵਰਤਨ ਦੀ ਬਹੁਤ ਜ਼ਰੂਰਤ ਆ। ਔਰ ਪਰਿਵਰਤਨ ਦੀ ਜ਼ਰੂਰਤ ਇਸ ਤਰ੍ਹਾਂ ਹੈ, ਸਾਡੇ ਸਮਾਜ ਦੇ ਵਿੱਚ ਔਰਤ ਅਜੇ ਵੀ ਦੂਸਰੇ ਨੰਬਰ 'ਤੇ ਆ। ਸਾਡੇ ਸਮਾਜ ਦੇ ਵਿੱਚ ਇੱਕ ਮਜ਼ਦੂਰ ਅਜੇ ਵੀ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਇੱਜ਼ਤਦਾਰ ਬੰਦਾ ਨਹੀਂ ਆ। ਸਾਡੇ ਸਮਾਜ ਦੇ ਵਿੱਚ ਕਿਰਤ ਦਾ ਉਹਨਾਂ ਮੁੱਲ ਨਹੀਂ ਪੈਂਦਾ ਜਿੰਨਾ ਪੈਣਾ ਚਾਹੀਦਾ, ਜਦ ਕਿ ਤੁਹਾਨੂੰ ਪਤਾ ਹੀ ਆ ਕਿ ਸਾਡੀ ਜਿਹੜੀ ਬਾਣੀ ਆ, ਗੁਰਬਾਣੀ ਆ, ਉਹਦੇ ਵਿੱਚ ਕਿਰਤ ਦੀ ਕਿੰਨੀ ਮਹਾਨਤਾ ਦੱਸੀ ਗਈ ਆ। ਸੋ ਇਹ ਗੱਲਾਂ ਸਿਰਫ ਕਾਗਜ਼ਾਂ ਦੇ ਵਿੱਚ ਆ, ਇਹ ਗੱਲਾਂ ਸਿਰਫ ਕਿਤਾਬਾਂ ਦੇ ਵਿੱਚ ਆ, ਅਤੇ ਅਸੀਂ ਚਾਹੁੰਦੇ ਹਾਂ, ਸਾਡੇ ਕੋਲ ਬਹੁਤ ਵਧੀਆ ਵਿਚਾਰ ਆ, ਸਾਡੇ ਗੁਰੂ ਮਹਾਰਾਜ, ਸਾਡੇ ਬੜੇ ਬੜੇ ਚਿੰਤਕ ਹੋਇਆ, ਡਾਕਟਰ ਅੰਬੇਡਕਰ ਬਾਰੇ, ਰਾਮਾ ਸਵਾਮੀ ਨਾਇਕਰ ਪੈਰੇਰਾ, ਹੋਰ ਸਾਡੇ ਬਹੁਤ ਵੱਡੇ ਮਹਾਨ ਬੰਦੇ ਹੋਏ ਆ, ਉਹਨਾਂ ਦੇ ਵਿਚਾਰ ਜਿਹੜੇ ਆ ਉਹ ਸਿਰਫ ਕਿਤਾਬਾਂ ਤੱਕ ਸੀਮਤ ਆ। ਅਤੇ ਪਰਿਵਰਤਨ ਸਾਡਾ ਹਰ ਤਰ੍ਹਾਂ ਦਾ ਪਰਿਵਰਤਨ ਹੋਣਾ, ਸਭ ਤੋਂ ਪਹਿਲਾਂ ਜਿਹੜੇ ਪਰਿਵਰਤਨ ਆ ਉਹ ਜਾਤ ਪਾਤ ਨੂੰ ਲੈ ਕੇ ਇਹ ਹੋਣਾ ਚਾਹੀਦਾ ਸਾਡੇ ਕੋਲ, ਕਿਉਂਕਿ ਇਹ ਇੱਦਾਂ ਦੀ ਚੀਜ਼ ਆ, ਜਾਤ ਇੱਕ ਇੱਦਾਂ ਦੀ ਚੀਜ਼ ਆ ਜਿਹੜੇ ਬੰਦੇ ਦੇ ਗੁਣ ਆ ਉਹ ਕਦੀ ਉੱਭਰ ਨਹੀਂ ਦਿੰਦੀ। ਸੋ ਇਸ ਕਰਕੇ ਸਭ ਤੋਂ ਪਹਿਲਾਂ ਇਹਨੂੰ ਖਤਮ ਹੋਣਾ ਚਾਹੀਦਾ। ਸਾਡੇ ਸਮਾਜ ਜੋ ਕੁਰੀਤੀਆਂ, ਜਿਸ ਤਰ੍ਹਾਂ ਦਾਜ ਨੂੰ ਲੈ ਕੇ ਆ, ਜੇ ਸਾਡੇ ਘਰ ਕੋਈ ਲੜਕੀ ਪੈਦਾ ਹੁੰਦੀ ਆ ਸਾਨੂੰ ਉਤੋਂ ਫਿਕਰ ਪੈ ਜਾਂਦਾ, ਲੇਕਿਨ ਜੇ ਦਾਜ ਪ੍ਰਥਾ ਖਤਮ ਹੁੰਦੀ ਆ, ਅਸੀਂ ਲੜਕੀ ਨੂੰ ਜਾਂ ਔਰਤ ਨੂੰ ਜਿੰਨਾ ਅਸੀਂ ਖੁਸ਼ ਲੜਕੇ ਦੇ ਪੈਦਾ 'ਤੇ ਹੋਣ 'ਤੇ ਹੁੰਦੇ ਆ,
ਤਾਂ ਉਨੇ ਖੁਸ਼ ਅਸੀਂ ਲੜਕੀ ਦੇ ਪੈਦਾ ਹੋਣ ਤੋਂ ਕਿਉਂ ਨਹੀਂ ਹੁੰਦੇ। ਸੋ ਇੱਦਾਂ ਦੇ ਜਿਹੜੇ ਵਿਚਾਰ ਆ ਉਹ ਸਾਡੇ ਪਰਿਵਰਤਨ ਦੀ ਮੰਗ ਕਰਦੇ ਆ। ਜੇ ਸਾਡੇ ਵਿੱਚ ਜਾਤ ਪਾਤ ਖਤਮ ਹੁੰਦੀ ਆ, ਸਾਡੇ ਵਿੱਚ ਪੁਰਾਣੀਆਂ ਰਹੁ ਰੀਤਾਂ ਜਿਹੜੀਆਂ ਅਸੀਂ ਖਾਮ-ਖਾ ਅਸੀਂ ਲੈ ਕੇ ਤੁਰੇ ਹਾਂ ਉਹ ਖਤਮ ਹੁੰਦੀਆਂ, ਸਾਡੇ ਸਮਾਜ ਦੇ ਵਿੱਚ ਔਰਤ ਦਾ ਪੂਰਾ ਇੱਜ਼ਤ ਹੁੰਦੀ ਆ, ਸਾਡੇ ਸਮਾਜ ਦੇ ਵਿੱਚ ਜਾਤ ਪ੍ਰਥਾ ਖਤਮ ਹੁੰਦੀ ਆ, ਤਾਂ ਇਹ ਸਭ ਤੋਂ ਵੱਡਾ ਪਰਿਵਰਤਨ ਹੋਵੇਗਾ। ਅਤੇ ਮੈਂ ਜਾਂ ਮੇਰੇ ਵਰਗੇ ਜਿਹੜੇ ਸਾਡੇ ਹੋਰ ਸਾਥੀ ਆ ਉਹ ਇਹੀ ਚਾਹੁੰਦੇ ਆ ਵੀ ਸਮਾਜ ਹੁਣ ਇਹ ਟਾਈਮ ਆਇਆ, ਜਿਹੜਾ ਸਮਾਜ ਆ ਇਹ ਬਦਲ ਹੋ ਜਾਣਾ ਚਾਹੀਦਾ। ਇਹਦੀਆਂ ਰਹੁ ਰੀਤਾਂ, ਇਹਦੀਆਂ ਜਿਹੜੇ ਸਾਡੇ ਸੱਭਿਆਚਾਰਕ ਮੁੱਲ ਆ ਇਹ ਬਦਲ ਜਾਣੇ ਚਾਹੀਦੇ। ਉਹ ਮੁੱਲ ਜਿਹੜੇ ਸਾਨੂੰ ਛੋਟਾ ਬਣਾਉਂਦੇ ਆ, ਉਹ ਮੁੱਲ ਜਿਹੜੇ ਸਾਨੂੰ ਘਟੀਆ ਬੰਦੇ ਬਣਾਉਂਦੇ ਆ, ਉਹ ਮੁੱਲ ਜਿਹੜੇ ਸਾਨੂੰ ਸਾਨੂੰ ਆਪਣੀ ਗਲਤ ਨਿਗਾਹ ਨਾਲ ਦੇਖਦੇ ਆ, ਆਪਣੀਆਂ ਉਸ ਨਿਗਾਹ ਨਾਲ ਦੇਖਦੇ ਅਸੀਂ ਜਿਹੜੇ ਰਾਹ ਛੱਡਿਆ ਆ ਉਹਨਾਂ ਦਾ ਫਿਰ ਸਾਨੂੰ ਚੱਲਣ ਦੀ ਕੋਸ਼ਿਸ਼ ਦੱਸ ਰਹੇ। ਤਾਂ ਇਹ ਅਸੀਂ ਚਾਹੁੰਦੇ ਹਾਂ ਵੀ ਇਹ ਸਾਰਾ ਕੁਛ ਅੱਜ ਪਰਿਵਰਤਨ ਹੋ ਜਾਣਾ ਚਾਹੀਦਾ। ਦੁਆਰਕਾ ਭਾਰਤੀ ਜੀ, ਪੰਜਾਬੀ ਸਟੂਡੀਓ ਨੂੰ ਟਾਈਮ ਦੇਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇੱਥੇ ਆਉਣ ਦਾ ਵੀ, ਔਰ ਜਿਹੜੇ ਤੁਸੀਂ ਸਵਾਲ ਪੁੱਛੇ ਆ ਬਹੁਤ ਕੰਮ ਵਾਲੇ ਸੀ ਔਰ ਬਹੁਤ ਹੀ ਲਾਹੇਵੰਦ, ਔਰ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਆਨੰਦ ਆਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਦੇਖਦੇ ਰਹੋ ਪੰਜਾਬੀ ਸਟੂਡੀਓ, ਪੰਜਾਬਾਂ ਦੀ ਧਰਤੀ ਤੋਂ।